सत श्री अकाल मेरे सारे दोस्तों, की हाल ने जी। उम्मीद है जमा ठीक होवोगे। अज भाई आप लाने जा रहे हैं आंगनबाड़ी वाले बच्चों का लैक्चर। ठीक है, जोड़े बच्चे आंगनबाड़ी की अपने को तैयारी कर रहे हैं उन्होंने लैक्चर लग रहा है। हर बार की तरह तुहानूं दसना चाहना कि भाई ये नोट्स अपने ओ सी डी सी इंस्टीट्यूट बरनाला तो अपने बहुत ही प्यारे सर विनोद सर तो लेते गए हैं। तुहानूं मैं हर वीडियो के दसण का फर्ज बनता, क्योंकि मैं किसी की मेहनत को आपदे ते थोपांगी मेरी मेहनत तो वह गल बहुत गलत होंगी है। ठीक है, ਜਿਹੜੇ ਬੰਦੇ ਦੀ ਮਿਹਨਤ ਉਹਦਾ ਨਾਂ ਲੈਣ ਦਾ ਆਪਣਾ ਹੱਕ ਜ਼ਰੂਰ ਬਣਦਾ ਗਾ। ਠੀਕ ਹੈ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਜੀ, ਸ਼ੇਅਰ ਕਰ ਦਿਓ ਅਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ। ਠੀਕ ਹੈ ਜੀ, ਅਤੇ ਚਲੋ ਜੀ ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ ਅਗਲਾ ਲੈਕਚਰ। ਇਸ ਤੋਂ ਪਹਿਲਾਂ ਜਿੰਨੇ ਲੈਕਚਰ ਵੀ ਲੱਗੇ ਹੋਏ ਚੰਗੀ ਤਰ੍ਹਾਂ ਉਹਦੀ ਤਿਆਰੀ ਕਰ ਲਓ। ਠੀਕ ਹੈ, ਅਤੇ ਪੇਪਰ ਦੇ ਵਿੱਚ ਬਹੁਤ ਚਾਂਸ ਹੈ ਕਿ ਆਪਣੇ ਪੇਪਰ 'ਚ ਤੁਹਾਨੂੰ ਪ੍ਰਸ਼ਨ ਮਿਲਣਗੇ। ਠੀਕ ਹੈ ਜੀ, ਚਲੋ ਚੱਲਦੇ ਹਾਂ ਅੱਗੇ। ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰਨੀ ਉਹ ਕਰਦੇ ਹਾਂ ਮਾਲ ਨਿਊਟ੍ਰੀਸ਼ਨ ਦੀ। ਮਾਲ ਨਿਊਟ੍ਰੀਸ਼ਨ ਦਾ ਮਤਲਬ ਕੀ ਹੈ? ਪੇਪਰ ਦੇ ਵਿੱਚ ਸਭ ਤੋਂ ਪਹਿਲੀ ਫੋਰਮ ਆ ਸਕਦੇ ਹੈ ਕਿ ਮਾਲ ਨਿਊਟ੍ਰੀਸ਼ਨ ਕੀ ਹੁੰਦਾ। ਮਾਲ ਨਿਊਟ੍ਰੀਸ਼ਨ ਦਾ ਮਤਲਬ ਹੁੰਦਾ ਗਾ ਕਿ ਨਿਊਟ੍ਰੀਸ਼ਨ ਦੀ ਕਮੀ ਹੋਣਾ। ਕੀ ਹੋਣਾ? ਨਿਊਟ੍ਰੀਸ਼ਨ ਦੀ ਕਮੀ ਹੋਣਾ। ਨਿਊਟ੍ਰੀਸ਼ਨ ਕੀ ਹੁੰਦਾ ਗਾ? ਨਿਊਟ੍ਰੀਸ਼ਨ ਦਾ ਲੈਕਚਰ ਤੁਹਾਡਾ ਅਲੱਗ ਤੋਂ ਥਿਊਰੀ ਦਾ ਵੀ ਲਾਉਣਾ ਗਾ, MCQ ਵੀ। ਇਹ ਚੀਜ਼ਾਂ ਵੀ ਕਰੀ ਚੱਲੋ। ਜਿੱਦਾਂ ਆਪਣੇ ਇਹ ਲੈਕਚਰ ਕੰਪਲੀਟ ਹੋ ਗਏ ਇਸ ਤੋਂ ਬਾਅਦ ਤੁਹਾਨੂੰ ਨਿਊਟ੍ਰੀਸ਼ਨ ਦੀ ਥਿਊਰੀ ਜਾਂ ਹੋਰ ਵੀ ਜਿਹੜੀਆਂ ਥਿਊਰੀਆਂ ਉਹ ਵੀ ਤੁਹਾਨੂੰ ਕਵਰ ਕਰਵਾਉਂਦਾ ਜਾਊਂਗਾ ਮੈਂ ਟਾਈਮ ਨਾਲ। ਠੀਕ ਹੈ, ਮਾਲ ਨਿਊਟ੍ਰੀਸ਼ਨ ਹੁੰਦੇ ਹੈਗੇ ਤੱਤ ਜਿਸ 'ਚ ਵਿਟਾਮਿਨ, ਪ੍ਰੋਟੀਨ, ਫੈਟ, ਤਿੰਨ ਚੀਜ਼ਾਂ ਆ ਜਾਂਦੀਆਂ। ਵਿਟਾਮਿਨ, ਪ੍ਰੋਟੀਨ, ਫੈਟ, ਇਹ ਤਿੰਨੇ ਚੀਜ਼ਾਂ ਤੁਹਾਨੂੰ ਕਰਵਾਊਂਗਾ ਮੈਂ ਡਿਟੇਲ ਦੇ ਵਿੱਚ ਕਿ ਵਿਟਾਮਿਨ ਕੀ ਕਿਸਮ ਹੈ, ਪ੍ਰੋਟੀਨ ਕਿੰਨੀ ਤਰ੍ਹਾਂ ਦੇ ਹੁੰਦੇ ਆ, ਪ੍ਰੋਟੀਨਾਂ ਦੇ ਵਿੱਚ ਕਹਾਂ ਅਮੀਨੋ ਐਸਿਡ ਹੁੰਦੇ ਆ। ਠੀਕ ਹੈ, ਉਹਨਾਂ ਦੀ ਗਿਣਤੀ 20 ਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਡਿਟੇਲ 'ਚ ਕਰਵਾਊਂਗਾ। ਠੀਕ ਹੈ, ਸਭ ਤੋਂ ਵੱਧ ਐਨਰਜੀ ਫੈਟ 'ਚ ਹੁੰਦੀ ਹੈ, ਵਿਟਾਮਿਨ 'ਚ ਹੁੰਦੀ ਹੈ ਕਿ ਪ੍ਰੋਟੀਨ 'ਚ ਹੁੰਦੀ ਹੈ, ਉਹ ਲੈਕਚਰ ਤੁਹਾਡਾ ਅਲੱਗ ਤੋਂ ਲੱਗੂਗਾ। ਠੀਕ ਹੈ ਜੀ, ਅਤੇ ਚਲੋ ਭਾਈ ਪੁੱਤਰੋ ਹੋ ਜਾਓ ਸ਼ੁਰੂ। ਸਭ ਤੋਂ ਪਹਿਲਾਂ ਮਾਲ ਨਿਊਟ੍ਰੀਸ਼ਨ ਦਾ ਮਤਲਬ ਇਹ ਹੈ ਕਿ ਮਾਲ ਨਿਊਟ੍ਰੀਸ਼ਨ ਜਿਹੜੀ ਇੱਕ ਡੈਫੀਨੇਸ਼ਨ ਹੈ, ਇਹਦੀ ਡੈਫੀਨੇਸ਼ਨ ਕੀ ਹੈ? ਇਹ ਚੀਜ਼ ਦੀ ਡੈਫੀਨੇਸ਼ਨ ਹੈਗੀ ਹੈ ਡੈਫੀਸ਼ੈਂਸੀ। ਡੈਫੀਸ਼ੈਂਸੀ ਹੋਣਾ ਕਿਸੇ ਚੀਜ਼ ਦੀ ਡੈਫੀਸ਼ੈਂਸੀ ਮਤਲਬ ਕਿਸੇ ਚੀਜ਼ ਦੀ ਘਾਟ ਹੋਣ ਨੂੰ ਆਪਾਂ ਕਹਿ ਦਿੰਦੇ ਹਾਂ ਡੈਫੀਸ਼ੈਂਸੀ। ਐਕਸੈਸ ਦਾ ਮਤਲਬ ਜਾਂ ਕੀ ਹੁੰਦਾ, ਜਾਂ ਇੰਬੈਲੈਂਸ ਦਾ ਮਤਲਬ ਕੀ ਹੁੰਦਾ ਕਿ ਇੱਕ ਦੇਖੋ ਸਰੀਰ ਦੇ ਵਿੱਚ ਤਾਲਮੇਲ ਨਾ ਹੋਣਾ ਆਪਸ ਦੇ ਵਿੱਚ। ਸਰੀਰਾਂ ਦੇ ਵਿੱਚ ਜਿਹੜੇ ਆਪਣੇ ਤੱਤ ਹੈ, ਜਿਹੜੇ ਆਪਣੇ ਨਿਊਟ੍ਰੀਐਂਟ ਹੈ, ਜਿਹੜੇ ਆਪਣੇ ਪੋਸ਼ਕ ਤੱਤ ਹੁੰਦੇ ਆਪਸ ਦੇ ਵਿੱਚ ਤਾਲਮੇਲ ਨਾ ਹੋਣਾ ਸਰੀਰ ਨਾਲ। ਠੀਕ ਹੈ, ਮਤਲਬ ਸਰੀਰ ਉਹ ਚੀਜ਼ਾਂ ਨੂੰ ਐਬਜ਼ੋਰਬ ਨਹੀਂ ਕਰ ਰਿਹਾ, ਉਹ ਚੀਜ਼ਾਂ ਨੂੰ ਮਤਲਬ ਸਰੀਰ ਤਾਕਤ ਨਹੀਂ ਦੇ ਰਿਹਾ ਬੋਡੀ ਨੂੰ, ਜਿਹਦੇ ਕਰਕੇ ਆਪਣੇ ਸਰੀਰ ਦੇ ਬੱਚੇ ਦੇ ਸਰੀਰ ਦੇ ਵਿੱਚ ਅਕਸਰ ਤੁਸੀਂ ਦੇਖਿਆ ਕੋਈ ਬੱਚਾ ਜਮਾਂ ਸੁੱਕਿਆ ਜਿਹਾ ਹੁੰਦਾ, ਕੋਈ ਬਾਹਲਾ ਮੋਟਾ ਹੋ ਜਾਂਦਾ ਗਾ। ਠੀਕ ਹੈ, ਕਿਸੇ ਨੂੰ ਕੋਈ ਬਿਮਾਰੀ ਲੱਗ ਜਾਂਦੀ, ਕਿਸੇ ਦੇ ਅੱਖਾਂ ਐ ਹੋ ਜਾਂਦੀਆਂ, ਕਿਸੇ ਦੇ ਬੁੱਲ੍ਹ ਐ ਹੋ ਜਾਂਦੇ ਆ। ਠੀਕ ਹੈ, ਅਲੱਗ-ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਦਾ ਬੱਚੇ ਨੂੰ ਸਾਹਮਣਾ ਕਰਨਾ ਪੈਂਦਾ ਗਾ, ਕਿਉਂਕਿ ਉਹਦੇ ਵਿੱਚ ਜਿਹੜਾ ਪ੍ਰੋਟੀਨ ਹੁੰਦਾ ਜਾਂ ਜਿਹੜੇ ਉਹਦੇ ਨਿਊਟ੍ਰੀਐਂਟ ਹੁੰਦੇ ਆ ਉਹਦੇ ਵਿੱਚ ਸਰੀਰ ਦੇ ਵਿੱਚ ਉਹ ਇੰਬੈਲੈਂਸ ਹੋ ਜਾਂਦੇ ਆ। ਦੇਖੋ ਇੰਬੈਲੈਂਸ ਦਾ ਮਤਲਬ ਕੀ ਹੈ ਕਿ ਉਹਨਾਂ ਦਾ ਸੰਤੁਲਨ ਵਿਗੜ ਜਾਂਦਾ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਜਿਹਦੇ ਕਰਕੇ ਚਾਈਲਡ ਇਜ਼ ਇਨਟੇਕ ਐਨਰਜੀ ਐਂਡ ਨਿਊਟ੍ਰੀਸ਼ਨ, ਜਿਹਦੇ ਕਰਕੇ ਬੱਚੇ ਨੂੰ ਉਹ ਐਨਰਜੀ ਨਹੀਂ ਮਿਲਦੀ ਅਤੇ ਉਹ ਨਿਊਟ੍ਰੀਐਂਟ ਨਹੀਂ ਮਿਲਦੇ, ਕਿਉਂਕਿ ਜਦੋਂ ਉਹਦੇ 'ਚ ਮਾਲ ਨਿਊਟ੍ਰੀਸ਼ਨ ਦੀ ਘਾਟ ਹੋ ਜਾਂਦੀ ਹੈ। ਇਹ ਗੱਲ ਯਾਦ ਰੱਖਣੀ ਹੈ। ਮਾਲ ਨਿਊਟ੍ਰੀਸ਼ਨ ਕੀ ਹੈ? ਰੈਫਰ ਕਰਦਾ ਇਹ ਡੈਫੀਸ਼ੈਂਸੀ ਨੂੰ, ਡੈਫੀਸ਼ੈਂਸੀ ਮੇਰੀ ਘਾਟ ਨੂੰ। ਇੰਬੈਲੈਂਸ ਇਨ ਚਿਲਡਰਨ ਇਨਟੇਕ ਐਨਰਜੀ ਐਂਡ ਨਿਊਟ੍ਰੀਐਂਟ। ਠੀਕ ਹੈ, ਇਹ ਸਾਰੀ ਕਾਸੇ ਨੂੰ ਕੀ ਕਿਹਾ ਜਾਂਦਾ ਹੈਗਾ? ਮਾਲ ਨਿਊਟ੍ਰੀਸ਼ਨ ਕਿਹਾ ਜਾਂਦਾ। ਦੁਬਾਰਾ ਫੇਰ ਸਮਝ ਲਓ, ਮਾਲ ਨਿਊਟ੍ਰੀਸ਼ਨ ਕੀ ਹੈਗਾ? ਮਾਲ ਨਿਊਟ੍ਰੀਸ਼ਨ ਇੱਕ ਉਹ ਡੈਫੀਸ਼ੈਂਸੀ ਨੂੰ ਦਰਸਾਉਂਦਾ ਹੈ ਜਾਂ ਉਹ ਇੱਕ ਇੰਬੈਲੈਂਸ ਸਥਿਤੀ ਨੂੰ ਦਰਸਾਉਂਦਾ ਜਿਹਦੇ ਵਿੱਚ ਬੱਚਾ ਹੁੰਦਾ ਜਿਹੜਾ ਉਹਦਾ ਕੀ ਹੁੰਦਾ, ਉਹਦੀ ਸਰੀਰ ਉਹ ਐਨਰਜੀ ਨਹੀਂ ਲੈ ਪਾਉਂਦਾ ਜਿਹੜੀ ਉਹਨੂੰ ਲੋੜ ਹੈਗੀ ਵਧਣ ਫੁੱਲਣ ਵਾਸਤੇ। ਠੀਕ ਹੈ, ਇਸ ਤੋਂ ਬਾਅਦ ਚੱਲਦੇ ਅੱਗੇ। ਟਰਮ ਮਾਲ ਨਿਊਟ੍ਰੀਸ਼ਨ ਐਡਰੈਸ 3 ਡਿਫਰੈਂਟ ਗਰੁੱਪ ਆਫ ਕੰਡੀਸ਼ਨ। ਜਿਹੜੀ ਇਹ ਟਰਮ ਹੈ ਮਾਲ ਨਿਊਟ੍ਰੀਸ਼ਨ ਦੀ, ਠੀਕ ਹੈ, ਇਹ ਗਾਹਾਂ ਜਾ ਕੇ ਕਿੰਨੇ ਭਾਗਾਂ 'ਚ ਵੰਡੀ ਹੋਈ ਹੈ? 3 ਭਾਗਾਂ 'ਚ ਵੰਡੀ ਹੋਈ ਹੈ। ਪਹਿਲਾ ਪ੍ਰਸ਼ਨ ਇਹੀ ਬਣਨਾ ਕਿ ਮਾਲ ਨਿਊਟ੍ਰੀਸ਼ਨ ਹੈ ਭਾਈ ਇਹ ਕਿੰਨੇ ਭਾਗਾਂ ਦੇ ਵਿੱਚ ਵੰਡੀ ਗਈ ਹੈ? ਇਹ 3 ਭਾਗਾਂ ਦੇ ਵਿੱਚ ਵੰਡੀ ਹੋਈ ਹੈ। ਉਹ 3 ਭਾਗ ਕਿਹੜੇ ਆ? ਪਹਿਲਾ ਭਾਗ ਹੈਗਾ ਭਾਈ ਅੰਡਰ ਨਿਊਟ੍ਰੀਸ਼ਨ। ਠੀਕ ਹੈ, ਦੂਸਰਾ ਭਾਗ ਹੈਗਾ ਸਟੰਟਿੰਗ, ਤੀਸਰਾ ਭਾਗ ਹੈਗਾ ਅੰਡਰ ਵੇਟ। ਠੀਕ ਹੈ, 3 ਚੀਜ਼ਾਂ ਪੁੱਛੀਆਂ ਜਾਣਗੀਆਂ। ਸਭ ਤੋਂ ਪੁੱਛਿਆ ਜਾਊਗਾ ਸਭ ਤੋਂ ਪਹਿਲਾਂ ਮਾਲ ਨਿਊਟ੍ਰੀਸ਼ਨ ਬਾਰੇ ਪੁੱਛਿਆ ਜਾਊਗਾ ਕਿ ਇਹ ਕਿਹਨੂੰ ਡੈਫੀਨੇਸ਼ਨ ਕਿਹਨੂੰ ਰੈਫਰ ਕਰਦੀ ਹੈ? ਡੈਫੀਸ਼ੈਂਸੀ ਅਤੇ ਇੰਬੈਲੈਂਸ ਨੂੰ। ਠੀਕ ਹੈ, ਨੰਬਰ 2 ਇਹਦੇ 'ਚ ਕਿੰਨੇ ਗਰੁੱਪ ਹੈਗੇ? ਇਹਦੇ ਵਿੱਚ 3 ਗਰੁੱਪ ਹੈਗੇ। 3 ਗਰੁੱਪਾਂ ਦੇ ਨਾਂ ਯਾਦ ਕਰਨੇ ਪੈਣਗੇ। ਪਹਿਲਾ ਗਰੁੱਪ ਦਾ ਕੀ ਨਾਮ ਹੈਗਾ? ਅੰਡਰ ਨਿਊਟ੍ਰੀਸ਼ਨ। ਇਨਵੋਲਵ ਬੇਸਡ ਲੋ ਵੇਟ ਫੋਰ ਹੈਡ, ਕਿ ਬੱਚੇ ਦੀ ਹੈਡ ਦੇ ਹਿਸਾਬ 'ਤੇ ਵੇਟ ਉਹਦੇ ਵਿੱਚ ਬੱਚੇ 'ਚ ਘੱਟ ਹੋਣਾ, ਕਹਿਣਾ ਮਤਲਬ ਉਹਦੇ ਜ਼ਿਆਦਾ ਖਾਣਾ ਪੀਣਾ ਉਹਦਾ ਵੇਸਟ ਦੇ ਵਿੱਚ ਹੀ ਜਾ ਰਿਹਾ ਹੈਗਾ। ਠੀਕ ਹੈ, ਨੰਬਰ 2 'ਤੇ ਮਾਲ ਨਿਊਟ੍ਰੀਸ਼ਨ ਦਾ ਪਾਰਟ ਕਿਹੜਾ ਹੈਗਾ? ਸਟੰਟਿੰਗ। ਇਹਦਾ ਮਤਲਬ ਹੁੰਦਾ ਲੋ ਹੈਡ ਫੋਰ ਏਜ ਦੇ ਹਿਸਾਬ 'ਤੇ ਬੱਚੇ ਦੀ ਹਾਈਟ ਜ਼ਿਆਦਾ ਨਾ ਹੋਣੀ। ਜਿਹੜੇ ਬੱਚੇ ਬੌਣੇ ਰਹਿ ਜਾਂਦੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਦੀ ਘਾਟ ਹੋ ਜਾਂਦੀ ਹੈ। ਦੇਖੋ ਇਹ ਚੀਜ਼ਾਂ ਦੇ ਬੌਣੇ ਹੋਣ ਦੇ ਨਾਲ ਇਹ ਚੀਜ਼ਾਂ ਦੀ ਵੀ ਘਾਟ ਰਹਿੰਦਾ ਬੱਚੇ ਮਤਲਬ ਇੱਕ ਇਹਦੇ ਵਿੱਚ ਆਪਣੇ STH ਹਾਰਮੋਨ ਵੀ ਹੁੰਦਾ ਸਰੀਰ ਦੇ ਵਿੱਚ, ਜਿਹੜਾ ਆਪਣਾ ਵਾਧੇ ਦਾ ਹਾਰਮੋਨ ਕਹਿੰਦੇ ਨੇ ਜਿਹਨੂੰ ਮਾਸਟਰ ਗਲੈਂਡ ਦੇ ਵਿੱਚ ਹੁੰਦਾ ਗਾ। ਠੀਕ ਹੈ, ਉਹ ਗੱਲਾਂ ਬਾਅਦ 'ਚ ਕਰਾਂਗੇ ਆਪਾਂ। ਪਹਿਲਾਂ ਤੁਹਾਨੂੰ ਇਹੀ ਗੱਲ ਸਮਝਾਉਣਾ ਕਿ ਸਟੰਟਿੰਗ ਦੇ ਵਿੱਚ ਕੀ ਆ ਜਾਂਦਾ ਗਾ? ਲੋ ਵੇਟ ਫੋਰ ਏਜ,
ਕਿ ਏਜ ਦੇ ਹਿਸਾਬ 'ਤੇ ਬੱਚੇ ਦਾ ਜਿਹੜਾ ਹੈਗਾ ਹਾਈਟ ਹੈ ਉਹ ਨਹੀਂ ਵੱਧ ਨਹੀਂ ਰਹੀ। ਇਸ ਤੋਂ ਬਾਅਦ ਅੰਡਰਵੇਟ ਦੇ ਹਿਸਾਬ 'ਤੇ ਬੱਚੇ ਦੀ ਏਜ ਦੇ ਹਿਸਾਬ 'ਤੇ ਵੇਟ ਨਹੀਂ ਵੱਧ ਰਿਹਾ। ਸਾਰੀਆਂ ਚੀਜ਼ਾਂ ਜੇਕਰ ਬੱਚੇ 'ਚ ਹੋ ਰਹੀਆਂ ਟਾਈਮ ਦੇ ਨਾਲ ਹੀ ਬੱਚੇ ਦੀ ਵੇਟ ਦੇ ਏਜ ਦੇ ਹਿਸਾਬ 'ਤੇ ਵੇਟ ਵੀ ਵੱਧ ਰਿਹਾ। ਜਿੰਨੀ ਬੱਚੇ ਦੀ ਏਜ ਆ ਉਹਨਾਂ ਵੇਟ ਵੀ ਚਾਹੀਦਾ ਬੱਚੇ ਨੂੰ, ਜਿੰਨੀ ਬੱਚੇ ਦੀ ਏਜ ਆ ਉਹਦੀ ਉਨੀ ਹਾਈਟ ਵੀ ਵੱਧ ਰਹੀ ਹੈ, ਠੀਕ ਹੈ। ਅਤੇ ਹਾਈਟ ਦੇ ਹਿਸਾਬ 'ਤੇ ਬੱਚੇ ਦਾ ਵੇਟ ਵੀ ਠੀਕ ਹੈ। ਜੇਕਰ ਸਾਰੀਆਂ ਕੰਡੀਸ਼ਨ ਸਹੀ ਹੈ ਤਾਂ ਸਮਝ ਲਓ ਕਿ ਬੱਚੇ ਦੇ ਵਿੱਚ ਨਿਊਟ੍ਰੀਸ਼ਨ ਦੀ ਕੋਈ ਕਮੀ ਨਹੀਂ ਹੈਗੀ। ਜੇਕਰ ਬੱਚੇ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਗੱਲ ਦਾ ਜਾਂ ਕਿਸੇ ਵੀ ਪ੍ਰੋਬਲਮ ਦਾ, ਕਿਸੇ ਵੀ ਬਿਮਾਰੀ ਦਾ ਬੱਚਾ ਇਹਨਾਂ ਦੇ ਵਿੱਚ ਸਾਹਮਣਾ ਕਰ ਰਿਹਾ ਤਾਂ ਸਮਝ ਲਓ ਉਹ ਕਿਹੜੀ ਚੀਜ਼ ਦਾ ਸ਼ਿਕਾਰ ਹੋ ਗਿਆ, ਉਹ ਮਾਲ ਨਿਊਟ੍ਰੀਸ਼ਨ ਦਾ ਸ਼ਿਕਾਰ ਹੋ ਚੁੱਕਿਆ, ਠੀਕ ਹੈ ਜੀ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ, ਮਾਈਕਰੋ ਨਿਊਟ੍ਰੀਐਂਟ ਰਿਲੇਟਡ ਮਾਲ ਨਿਊਟ੍ਰੀਸ਼ਨ। ਜਿਹੜੇ ਮਾਈਕਰੋ ਨਿਊਟ੍ਰੀਐਂਟ ਹੈ ਇਹ ਮਾਲ ਨਿਊਟ੍ਰੀਸ਼ਨ ਨਾਲ ਹੀ ਰਿਲੇਟਡ ਹੈਗੇ। ਇਨਕਲੂਡ ਡੈਫੀਸ਼ੈਂਸੀ ਮੈਨੇ ਘਾਟ ਜੋ ਮਾਈਕਰੋ ਨਿਊਟ੍ਰੀਐਂਟ ਦੀ ਹੋ ਜਾਂਦੀ ਹੈ, ਲਾਈਕ ਵਿਟਾਮਿਨ ਅਤੇ ਮਿਨਰਲ। ਜਦੋਂ ਆਪਣੇ ਸਰੀਰ ਵਿੱਚ ਕਹਿੰਦੇ ਵਿਟਾਮਿਨ ਹੁੰਦੇ ਆ ਅਤੇ ਮਿਨਰਲ ਹੁੰਦੇ ਆ, ਜਦੋਂ ਉਹਨਾਂ ਦੀ ਘਾਟ ਹੋ ਜਾਂਦੀ ਹੈ, ਡੈਫੀਸ਼ੈਂਸੀ ਹੋ ਜਾਂਦੀ ਹੈ, ਤਾਂ ਉਹ ਜਿਹੜੇ ਮਾਈਕਰੋ ਨਿਊਟ੍ਰੀਐਂਟ ਹੁੰਦੇ ਹੈਗੇ ਉਹੀ ਮਾਲ ਨਿਊਟ੍ਰੀਸ਼ਨ ਦਾ ਰੂਪ ਲੈ ਲੈਂਦੇ ਆ, ਠੀਕ ਹੈ। ਸਿੱਧੀ ਗੱਲ ਹੈ ਕਿ ਜੋ ਮਾਈਕਰੋ ਨਿਊਟ੍ਰੀਐਂਟ ਦੀ ਕਮੀ ਹੋਊਗੀ, ਜਦੋਂ ਕਿਸੇ ਵੀ ਨਿਊਟ੍ਰੀਐਂਟ ਦੀ ਕਮੀ ਹੋਊਗੀ ਉਹਦਾ ਉਹ ਕਿਹਦੇ ਨਾਲ ਰਿਲੇਟ ਕਰ ਜੂਗਾ, ਉਹ ਰਿਲੇਟ ਹੋ ਜੂਗਾ ਮਾਲ ਨਿਊਟ੍ਰੀਸ਼ਨ ਨਾਲ, ਠੀਕ ਹੈ ਜੀ। ਇਸ ਤੋਂ ਬਾਅਦ ਅੱਗੇ ਚੱਲਦੇ ਆ, ਓਵਰਵੇਟ, ਓਬੇਸਿਟੀ ਐਂਡ ਡਾਈਟ ਰਿਲੇਟਡ ਨੋਨ ਕਮਿਊਨੀਕੇਬਲ ਡਿਸੀਜ਼ ਲਾਈਕ ਹਾਰਟ ਡਿਸੀਜ਼, ਡਾਇਬਟੀਜ਼ ਐਂਡ ਸਮ ਕੈਂਸਰ। ਕਹਿੰਦੇ ਕਈ ਵਾਰੀ ਜਿਹੜੀ ਇਹ ਬਿਮਾਰੀ ਹੈ, ਠੀਕ ਹੈ, ਓਵਰਵੇਟ, ਇਹਦੇ ਨਾਲ ਬੱਚੇ ਦੇ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਹੈਗੀਆਂ। ਜਿਵੇਂ ਓਵਰਵੇਟ ਕਰਕੇ ਬੱਚੇ ਦਾ ਜਿਹੜਾ ਡਾਈਟ ਦੇ ਨਾਲ ਜਿਹੜਾ ਕਮਿਊਨੀਕੇਸ਼ਨ ਉਹ ਸਹੀ ਨਹੀਂ ਬੈਠਦਾ, ਤਾਂ ਉਹ ਕਿਹੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ, ਹਾਰਟ ਦਿਲ ਦੀਆਂ ਬਿਮਾਰੀਆਂ ਲੱਗ ਜਾਂਦੀਆਂ, ਸ਼ੂਗਰ ਹੋ ਜਾਂਦਾ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਬੱਚੇ ਨੂੰ ਹੋ ਸਕਦੀਆਂ ਓਵਰਵੇਟ ਕਰਕੇ। ਇਸ ਤੋਂ ਬਾਅਦ ਚੱਲਦੇ ਅੱਗੇ, ਗਲੋਬਲੀ ਐਟ ਲਿਸਟ 1 in 3 ਚਿਲਡਰਨ ਅੰਡਰ 5 year of age ਅੰਡਰ nourished or every overweight and least 1 in 2 children suffering the hidden hunger, ਠੀਕ ਹੈ ਨਾ। ਹਿਡਨ ਹੰਗਰ ਦਾ ਕੀ ਮਤਲਬ, ਭੁੱਖ ਮਰੀ, ਠੀਕ ਹੈ, ਜਿਹੜੀ ਮਤਲਬ ਛੁਪੀ ਹੋਈ ਭੁੱਖ ਹੈਗੀ, ਠੀਕ ਹੈ। ਤਾਂ ਇਹਦੇ ਨਾਲ ਕਹਿੰਦੇ ਇੱਕ ਦੇ ਨਾਲ ਤਿੰਨ ਇੱਕ ਦੇ ਸਾਹਮਣੇ ਜੇ ਆਪਾਂ ਕਰਕੇ ਦੇਖੀਏ ਤਾਂ 5 ਈਅਰ ਤੱਕ ਬੱਚੇ ਨੂੰ ਜ਼ਿਆਦਾ ਨਿਊਟ੍ਰੀਸ਼ਨ ਦੀ ਲੋੜ ਹੁੰਦੀ ਹੈ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਚੱਲਦੇ ਅੱਗੇ, ਜਿਹੜੀ ਹਿਡਨ ਹੰਗਰ ਹੈ, ਹਿਡਨ ਮੈਨੇ ਹੁੰਦੀ ਛੁਪੀ ਹੋਈ ਭੁੱਖ ਹੈ ਜਿਹੜੀ, ਇਹਦੇ ਵਿੱਚ ਕਾਹਦੀ ਘਾਟ ਹੋ ਜਾਂਦੀ, ਕਾਹਦੀ ਕਮੀ ਹੋ ਜਾਂਦੀ ਹੈ ਬੱਚੇ ਦੇ ਵਿੱਚ, ਉਹਦੇ ਨਾਲ ਵਿਟਾਮਿਨਾਂ ਦੀ ਕਮੀ ਵੀ ਹੋ ਜਾਂਦੀ, ਮਿਨਰਲ ਦੀ ਕਮੀ ਹੋ ਜਾਂਦੀ ਹੈ। ਪੁੱਛਿਆ ਜਾ ਸਕਦਾ ਕਿ ਜਿਹੜੀ ਹਿਡਨ ਹੰਗਰ ਹੈ, ਹਿਡਨ ਮੈਨੇ ਹੁੰਦਾ ਗਾ ਕਿਸੇ ਚੀਜ਼ ਨੂੰ ਛੁਪਾਉਣਾ, ਛੁਪੀ ਹੋਈ ਭੁੱਖ ਜਦੋਂ ਮੰਨ ਲਓ ਕਿਸੇ ਬੱਚਾ ਤੁਰਿਆ ਫਿਰਦਾ ਹੋਵੇ, ਮੰਗਤਾ ਬੱਚਾ, ਠੀਕ ਹੈ, ਉਹਦੇ ਕੋਲ ਕੁਛ ਖਾਣ ਪੀਣ ਨੂੰ ਹੈ ਨਹੀਂ ਪੈਸੇ, ਤਾਂ ਆਪਾਂ ਨੂੰ ਤਾਂ ਇਹ ਲੱਗਦਾ ਕਿ ਤੁਰਿਆ ਫਿਰਦਾ, ਪਰ ਉਹਦੇ ਅੰਦਰ ਕੀ ਹੁੰਦਾ ਗਾ, ਵਿਟਾਮਿਨਾਂ ਅਤੇ ਮਿਨਰਲ ਦੀ ਕਮੀ ਹੋਈ ਜਾਂਦੀ ਹੁੰਦੀ ਉਹਦੇ ਅੰਦਰ, ਠੀਕ ਹੈ। ਤਾਂ ਇਹ ਗੱਲ ਵੀ ਤੁਸੀਂ ਯਾਦ ਰੱਖਣੀ ਹੈ। ਇਸ ਤੋਂ ਬਾਅਦ ਅੱਗੇ, ਕੌਜ਼ ਆਫ ਮਾਲ ਨਿਊਟ੍ਰੀਸ਼ਨ, ਜਿਹੜੀ ਮਾਲ ਨਿਊਟ੍ਰੀਸ਼ਨ ਹੈ ਇਹਦੇ ਕਾਰਨ ਕੀ ਹੈਗੇ, ਕਾਰਨ ਦੱਸਣੇ ਆ, ਠੀਕ ਹੈ। ਫੂਡ ਐਂਡ ਨਿਊਟ੍ਰੀਸ਼ਨ ਇਨਸਿਕਿਉਰਿਟੀ, ਕਹਿੰਦੇ ਜਿਹੜਾ ਫੂਡ ਆਪਣਾ ਖਾਣਾ ਗਾ, ਜਿਹੜਾ ਆਪਣਾ ਨਿਊਟ੍ਰੀਸ਼ਨ ਹੈ ਉਹਦੀ ਇਨਸਿਕਿਉਰਿਟੀ, ਕਹਿੰਦਾ ਮਤਲਬ ਕਿ ਉਹਦੇ ਵਿੱਚ ਮਿਲਾਵਟ ਹੋ ਰਹੀ ਹੈ। ਜਿਹੜੀ ਸਿਕਿਉਰਿਟੀ ਦਾ ਮਤਲਬ ਤਾਂ ਇਹ ਹੁੰਦਾ ਕਿ ਜੇਕਰ ਕਿਸੇ ਚੀਜ਼ ਦੀ ਵਧੀਆ ਨਾਲ ਮਤਲਬ ਦੇਖਭਾਲ ਦੇ ਵਿੱਚ ਕੋਈ ਚੀਜ਼ ਬਣਾਈ ਗਈ ਹੈ, ਕਹਿੰਦੇ ਮਤਲਬ ਜਦੋਂ ਆਪਾਂ ਕੋਈ ਵੀ ਚੀਜ਼ ਆਪਾਂ ਬਾਜ਼ਾਰ ਦੇ ਵਿੱਚ ਆਪਦੇ ਵਾਸਤੇ ਵਧੀਆ ਦੇ ਵਾਸਤੇ ਲੈ ਕੇ ਆਉਣੀ ਉਹ ਚੀਜ਼, ਪਰ ਉਹਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਕੋਈ ਘਾਟ ਹੁੰਦੀ ਹੈ, ਜਿਹਦੇ ਕਰਕੇ ਇਨਸਿਕਿਉਰਿਟੀ ਕਰਕੇ ਫੂਡ ਐਂਡ ਨਿਊਟ੍ਰੀਸ਼ਨ ਦੀ ਘਾਟ ਅਕਸਰ ਹੀ ਹੋ ਜਾਂਦੀ ਹੈ, ਜਿਹਦੇ ਵਿੱਚ ਉਹ 'ਚ ਮਿਲਾਵਟ ਹੋ ਜਾਂਦੀ ਹੈ। ਇਨਕੁਐਲਿਟੀ ਕੀ ਮਤਲਬ ਉਹ 'ਚ ਸਮਾਨਤਾ ਨਹੀਂ ਹੁੰਦੀ ਜਿਹੜੀ ਉੱਪਰ ਦਿੱਤੀ ਵੀ ਹੁੰਦੀ ਹੈ। ਅਤੇ ਇੰਡੀਆ ਕੁਆਇਟ ਡਾਈਟਰੀ ਇਨਟੇਕ, ਕੋਈ ਮਤਲਬ ਉਹ 'ਚ ਪ੍ਰੋਟੀਨ ਦਾ ਕੋਈ ਸਾਧਨ ਨਹੀਂ ਹੁੰਦਾ ਸਹੀ, ਠੀਕ ਹੈ ਜੀ। ਇਸ ਤੋਂ ਬਾਅਦ ਕੋਵਿਡ-19 ਇੰਪੈਕਟ ਔਨ ਮਾਲ ਨਿਊਟ੍ਰੀਸ਼ਨ, ਕਹਿੰਦੇ ਕੋਵਿਡ-19 ਨੇ ਜਿਹੜਾ ਇਹਦਾ ਵੀ ਇੰਪੈਕਟ ਪਿਆ ਹੈਗਾ ਬੱਚਿਆਂ ਦੇ ਵਿੱਚ, ਜਿਹਦੇ ਕਰਕੇ ਨਿਊਟ੍ਰੀਸ਼ਨ ਦੀ ਘਾਟ ਹੋਈ ਹੈ। ਉਹ ਕਿਵੇਂ ਹੋਈ ਹੈ, ਨੈਸ਼ਨਲ ਵਾਈਡ ਲੋਕਡਾਊਨ ਹੈਜ਼ ਡਿਸਰਪਟ ਐਕਸੈਸ ਟੂ ਨੈਸ਼ਨਲੀ ਸਰਵਿਸ ਲਾਈਕ ਮਿਡ ਡੇ ਮੀਲ, ਜਿਹਦੇ ਕਰਕੇ ਕਹਿੰਦੇ ਦੇਖੋ ਜਿਹੜੇ ਬੱਚੇ ਅੱਗੇ ਸਕੂਲਾਂ ਦੇ ਵਿੱਚੋਂ ਖਾਣਾ ਲੈਂਦੇ ਸੀ, ਹਰੇਕ ਬੱਚੇ ਨੂੰ 10 ਤੋਂ 12 ਗ੍ਰਾਮ ਪ੍ਰੋਟੀਨ ਡੇਲੀ ਮਿਲਦਾ ਸੀ, ਠੀਕ ਹੈ। ਪਰ ਲੋਕਡਾਊਨ ਕਰਕੇ ਕੀ ਹੋ ਗਿਆ, ਸਕੂਲ ਬੰਦ ਹੋ ਗਏ, ਸਕੂਲ ਬੰਦ ਹੋਣ ਕਰਕੇ ਬੱਚਿਆਂ ਨੂੰ ਘਰੇ ਰਹਿਣਾ ਪੈ ਗਿਆ, ਅਤੇ ਜਿਹੜੀ ਮਿਡ ਡੇ ਮੀਲ ਸਕੀਮ ਸੀ ਉਹਦਾ ਬੱਚੇ ਲਾਭ ਫਾਇਦਾ ਨਹੀਂ ਉਠਾ ਸਕੇ ਸੀ, ਜਿਹਦੇ ਕਰਕੇ ਵੀ ਉਹਨਾਂ ਨੂੰ ਕੋਵਿਡ-19 ਕਰਕੇ ਵੀ ਬੱਚਿਆਂ ਦੇ ਜਿਹੜੇ ਇਹਦੇ ਮਾਲ ਨਿਊਟ੍ਰੀਸ਼ਨ 'ਤੇ ਬਹੁਤ ਇਫੈਕਟ ਪਿਆ ਹੈਗਾ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਐਜ਼ ਪਰ ਗਲੋਬਲ ਨਿਊਟ੍ਰੀਸ਼ਨ ਰਿਪੋਰਟ 2020, ਜਿਹੜੀ ਕਹਿੰਦੇ ਆਪਣੀ ਗਲੋਬਲ ਨਿਊਟ੍ਰੀਸ਼ਨ ਰਿਪੋਰਟ 2020 ਆਈ ਹੈ, ਇੰਡੀਆ ਇਜ਼ ਅਮੰਗ 88 ਕੰਟਰੀਆਂ ਡੈਟ ਲਾਈਕ ਟੂ ਮਿਸ ਦਾ ਗਲੋਬਲ ਨਿਊਟ੍ਰੀਸ਼ਨ ਟਾਰਗੇਟ ਆਫ 2025, ਠੀਕ ਹੈ। 88 ਕੰਟਰੀਆਂ ਦੇ ਵਿੱਚੋਂ ਆਈ ਹੈ, ਠੀਕ ਹੈ, ਰੈਂਕ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਮਾਲ ਨਿਊਟ੍ਰੀਸ਼ਨ ਇਜ਼ ਇੰਡੀਆ ਅਕਾਊਂਟ ਫੋਰ 68% ਆਫ ਟੋਟਲ ਅੰਡਰ 5 ਡੈਥ, ਠੀਕ ਹੈ ਜੀ। ਕਹਿੰਦੇ ਇਹਦੇ ਕਰਕੇ 5 ਡੈਥ ਹੁੰਦੀਆਂ, ਇਹ ਗੱਲ ਵੀ ਯਾਦ ਰੱਖਣੀ ਹੈ, ਠੀਕ ਹੈ ਜੀ। ਓਕੇ ਜੀ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ, ਇੰਡੀਆ ਰੈਂਕ 102, ਕਹਿੰਦੇ ਗਲੋਬਲ ਹੰਗਰ ਇੰਡੈਕਸ
ਹੰਗਰ ਇੰਡੈਕਸ ਦਾ ਮਤਲਬ ਕੀ ਹੁੰਦਾ ਹੈਗਾ, ਭੁੱਖਮਰੀ ਹੰਗਰ ਦੇ ਵਿੱਚ। ਬਸ ਤੁਸੀਂ ਸਿੱਧਾ ਯਾਦ ਕਰ ਲਓ, ਗਲੋਬਲ ਹੰਗਰ ਇੰਡੈਕਸ 2019 ਦੇ ਵਿੱਚ ਭਾਰਤ ਦਾ ਕਿੰਨਾ ਸਥਾਨ ਰਿਹਾ ਇੰਡੀਆ ਦਾ। ਇੰਡੀਆ ਦੇ 117 ਕੰਟਰੀ ਲਿਸਟ ਕੱਢੀ ਗਈ ਸੀ, ਪੁੱਛ ਸਕਦੇ ਕਿੰਨੇ ਕੰਟਰੀ ਲਿਸਟ ਕੱਢੀ ਗਈ ਸੀ 2019 ਦੇ ਵਿੱਚ। ਗਲੋਬਲ ਹੰਗਰ ਇੰਡੈਕਸ ਦੇ ਵਿੱਚ 117 ਲਿਸਟ ਕੱਢੀ ਗਈ ਸੀ, ਵਿੱਚ ਭਾਰਤ ਦਾ ਸਥਾਨ ਹੈਗਾ 102। ਕਹਿੰਦਾ ਮਤਲਬ 117 ਦੇਸ਼ਾਂ ਦੇ ਵਿੱਚ ਭਾਰਤ ਦਾ 102ਵਾਂ ਰੈਂਕ ਹੈਗਾ। ਇਸ ਤੋਂ ਬਾਅਦ ਵਰਲਡ ਫੂਡ ਡੇ ਓਬਜ਼ਰਵ ਐਨੂਅਲੀ, ਜਿਹੜਾ ਵਰਲਡ ਫੂਡ ਡੇ ਹੁੰਦਾ ਗਾ, ਠੀਕ ਹੈ, ਇਹ 16 ਅਕਤੂਬਰ ਨੂੰ ਮਨਾਇਆ ਜਾਂਦਾ ਗਾ। ਇਹ ਗੱਲ ਯਾਦ ਰੱਖਣੀ ਹੈ ਭੁੱਖਮਰੀ ਨੂੰ ਰੋਕਣ ਵਾਸਤੇ। ਇਸ ਤੋਂ ਬਾਅਦ ਅੱਗੇ, ਠੀਕ ਹੈ ਜੀ। ਇਸ ਤੋਂ ਬਾਅਦ ਹੁਣ ਆਪਾਂ ਆ ਗਏ ਅੱਗੇ, ਇਹਦੇ ਵਿੱਚ ਆ ਗਿਆ ਗਵਰਨਮੈਂਟ ਆਫ ਇੰਡੀਆ ਹੈਡ ਲਾਂਚਡ ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ। ਪੁੱਛਿਆ ਜਾ ਸਕਦਾ ਕਿ NNM ਦੀ ਫੁੱਲ ਫਾਰਮ ਕੀ ਹੈਗੀ, ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ, ਜਾਂ ਇਹਨੂੰ ਪੋਸ਼ਣ ਅਭਿਆਨ ਵੀ ਕਿਹਾ ਜਾਂਦਾ ਗਾ, ਠੀਕ ਹੈ। ਇਹਦੇ ਵਾਸਤੇ ਇਹਦੇ ਵਿੱਚ ਕੀ ਹੁੰਦਾ ਗਾ, ਮਾਲ ਨਿਊਟ੍ਰੀਸ਼ਨ ਫ੍ਰੀ ਇਨ ਇੰਡੀਆ। ਕਹਿੰਦੇ ਇੰਡੀਆ ਨੂੰ ਮਾਲ ਨਿਊਟ੍ਰੀਸ਼ਨ ਤੋਂ ਫ੍ਰੀ ਕਰਨਾ ਹੈ। ਕਹਿੰਦਾ ਮਤਲਬ ਕਿ ਬੱਚਿਆਂ ਦੇ ਵਿੱਚ ਜਿਹੜੀ ਘਾਟ ਹੋ ਰਹੀ ਹੈ ਨਿਊਟ੍ਰੀਸ਼ਨ ਦੀ, ਉਹਨੂੰ ਆਪਾਂ ਮਾਲ ਨਿਊਟ੍ਰੀਸ਼ਨ ਕਹਿੰਦੇ ਹਾਂ। ਉਹਦੇ ਤੋਂ ਇੰਡੀਆ ਨੂੰ ਫ੍ਰੀ ਕਰਨਾ ਕਿ ਕਿਸੇ ਬੱਚੇ ਦੇ ਵਿੱਚ ਵੀ ਇਹ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਕਦੋਂ ਤੱਕ ਇਹ ਚੀਜ਼ ਨੂੰ ਦੂਰ ਕਰਨਾ ਆਪਾਂ, 2022 ਤੱਕ। ਬਹੁਤ ਇੰਪੋਰਟੈਂਟ ਆਪਾਂ ਇਹਦੇ ਵਿੱਚ ਲੈਣਾ, ਕਿਹੜੀਆਂ ਲੈਣਾ ਇੰਪੋਰਟੈਂਟ, ਇਹਦੇ ਜੈਂਡੇ ਤੁਹਾਨੂੰ ਦੱਸੂਗਾ ਵੀ ਕਿਹੜੀ ਯਾਦ ਕਰਨੀ ਹੈ। ਆਹ ਫੁੱਲ ਫਾਰਮ ਯਾਦ ਕਰ ਲਿਓ, ਪੋਸ਼ਣ ਅਭਿਆਨ ਯਾਦ ਕਰ ਲਿਓ, ਠੀਕ ਹੈ, ਤਾਂ ਇਹ ਵੀ ਯਾਦ ਕਰ ਲਿਓ। ਓਕੇ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ, ਓਕੇ ਜੀ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਗੇ, ਵੈਰੀ ਇੰਪੋਰਟੈਂਟ ਭਾਈ ਪੁੱਛਿਆ ਜਾਊਗਾ, PMMBY ਦੀ ਫੁੱਲ ਫਾਰਮ ਕੀ ਹੈ। ਇਹਦੀ ਫੁੱਲ ਫਾਰਮ ਹੈਗੀ ਆ ਪ੍ਰਧਾਨ ਮੰਤਰੀ ਮਾਤਰੂ ਬੰਦਿਆਣਾ ਯੋਜਨਾ, ਠੀਕ ਹੈ, ਪ੍ਰਧਾਨ ਮੰਤਰੀ ਮਾਤਰੂ ਬੰਦਿਆਣਾ ਯੋਜਨਾ। ਇਹ ਭਾਈ ਇਹਦੇ ਵਿੱਚ ਕੀ ਕੀਤਾ ਜਾਂਦਾ, 6000 ਰੁਪਈਆ ਇਸਦਾ ਡਾਇਰੈਕਟ ਟ੍ਰਾਂਸਫਰ ਟੂ ਬੈਂਕ ਅਕਾਊਂਟ ਟੂ ਪ੍ਰੈਗਨੈਂਟ ਵੂਮੈਨ ਅਵੇਲਾਈਨਿੰਗ ਬੈਸਟ ਫੈਸਿਲਿਟੀ ਫੋਰ ਦੇਅਰ ਡਿਲੀਵਰੀ। ਕਹਿੰਦੇ ਇਹ ਜਿਹੜੀ ਸਕੀਮ ਹੈ ਭਾਈ, ਕਿਹੜੀ ਸਕੀਮ ਹੈ, ਪ੍ਰਧਾਨ ਮੰਤਰੀ ਮਾਤਰੂ ਬੰਦਨਾ ਯੋਜਨਾ, PMM ਫੁੱਲ ਫਾਰਮ ਇਹਦੀ ਪੱਕੀ ਯਾਦ ਰੱਖਣੀ ਹੈ। ਇਹਦਾ ਤੁਹਾਨੂੰ 101% ਬੱਟ 'ਤੇ ਪਿਆ ਆਪਰੇਸ਼ਨ ਤਾਂ, ਠੀਕ ਹੈ। ਇਹਦੇ ਵਿੱਚ ਜਦੋਂ ਕੋਈ ਔਰਤ ਪ੍ਰੈਗਨੈਂਟ ਹੋ ਜਾਂਦੀ ਹੈ, ਠੀਕ ਹੈ, ਜਦੋਂ ਉਹਦਾ ਮਤਲਬ ਜਾਪਾ ਹੋ ਜਾਂਦਾ, ਜਾਪੇ ਤੋਂ ਬਾਅਦ ਉਹਨੂੰ ਉਹਦੇ ਅਕਾਊਂਟ ਦੇ ਵਿੱਚ 6000 ਰੁਪਇਆ ਆਟੋਮੈਟਿਕ ਹੀ ਸਰਕਾਰ ਵੱਲੋਂ ਪਾਇਆ ਜਾਂਦਾ। ਇਸ ਤੋਂ ਪਹਿਲਾਂ ਆਂਗਣਵਾੜੀ ਜਿਹੜੀਆਂ ਵਰਕਰ ਹੁੰਦੀਆਂ ਗਈਆਂ, ਉਹਨਾਂ ਦੇ ਘਰੋਂ, ਠੀਕ ਹੈ, ਅਕਾਊਂਟ ਨੰਬਰ ਸਾਰਾ A to Z ਡਿਟੇਲ ਰੱਖਦੀਆਂ, ਠੀਕ ਹੈ। ਤਾਂ ਇਹ ਗੱਲ ਵੀ ਯਾਦ ਰੱਖਣੀ ਹੈ। ਜੇ ਭਾਈ ਤੁਹਾਡੇ 'ਚ ਕੋਈ ਕੁੜੀ ਲੱਗ ਗਈ ਹੈ ਨਾ, ਕੋਈ ਬੱਚਾ ਲੱਗ ਗਿਆ, ਅਤੇ ਭਾਈ ਮੈਨੂੰ ਦਲੀਆ ਮੇਰੇ ਵਾਸਤੇ ਰੱਖ ਦਿਆ ਕਰੋ ਥੋੜ੍ਹਾ ਮੋਟਾ, ਅਤੇ ਮੈਂ ਦਲੀਏ ਦਾ ਥੋੜ੍ਹਾ ਜਿਹਾ ਜ਼ਿਆਦਾ ਸ਼ੌਕੀਨ ਹੈ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ ਭਾਈ, ਮੈਂ ਦਲੀਆ ਲਿਆ ਕਰਨਾ ਤੁਹਾਤੋਂ, ਹੋਰ ਫੀਸ 'ਚ ਮੈਨੂੰ ਦਲੀਆ ਦੇ ਦਿਆ ਕਰੋ, ਬਹੁਤ ਹੈ ਇਹੀ, ਠੀਕ ਹੈ ਪੁੱਤਰੋ। ਆਹ 6000 ਤੁਹਾਨੂੰ ਪਤਾ ਲੱਗ ਗਿਆ, 6000 ਰੁਪਇਆ ਮਿਲਦਾ ਡਿਲੀਵਰੀ ਤੋਂ ਬਾਅਦ। ਆਹ ਵਿੱਚ ਦੇਖੀਏ ਜਿਹੜੇ ਆਹ ਮਤਲਬ ਆਪਾਂ ਦੇਖਦੇ ਝੁੱਗੀਆਂ ਚੋਪੜੀਆਂ ਵਾਲੇ ਹੁੰਦੇ ਆ, ਹੈ ਨਾ, ਦੇਖਦੇ ਹਾਂ ਆਮ ਤੌਰ 'ਤੇ। ਇਹਨਾਂ ਦੇ ਇੰਨੇ ਬੱਚੇ ਕਿਉਂ ਹੁੰਦੇ ਆ, ਇਹਨਾਂ ਨੂੰ ਇਹ ਕਮਾਈ ਦਾ ਸਾਧਨ ਬਣੇ ਬੈਠੇ ਚੀਜ਼ਾਂ ਨੂੰ। ਮਤਲਬ ਉਹਨਾਂ ਨੂੰ ਐਂ ਹੁੰਦਾ ਕਿ ਜਿੰਨੇ ਜਵਾਕ ਜੰਮਾਂਗੇ ਸਾਨੂੰ 6-6000 ਰੁਪਏ ਮਿਲੀ ਚੱਲੂਗਾ। ਇਹ ਚੀਜ਼ਾਂ ਕਰਕੇ ਮਤਲਬ ਝੁੱਗੀ ਚੋਪੜੀਆਂ ਵਾਲੇ ਜੇ ਜਵਾਕ ਤੁਸੀਂ ਦੇਖੋ 7-7 8-8 ਹੁੰਦੇ ਉਹਨਾਂ ਦੇ, ਠੀਕ ਹੈ। ਇਸ ਤੋਂ ਬਾਅਦ ਵੈਰੀ ਇੰਪੋਰਟੈਂਟ ਇਹ ਵੀ ਤੁਹਾਨੂੰ ਮਿਲੂਗਾ ਪੇਪਰ ਦੇ ਵਿੱਚ, ਜਿਹੜੀ ਆਸ਼ਾ ਵਰਕਰ ਹੁੰਦੀਆਂ, ਇਹਦੀ ਫੁੱਲ ਫਾਰਮ ਕੀ ਹੈ ਆਸ਼ਾ ਵਰਕਰ ਦੀ। ਆਸ਼ਾ ਵਰਕਰ ਦੀ ਫੁੱਲ ਫਾਰਮ ਹੈਗੀ ਹੈ ਐਕਰੀਡੇਟਡ ਸੋਸ਼ਲ ਹੈਲਥ ਐਕਟੀਵਿਸਟ। ਜਮਾ ਪੱਕੀ ਯਾਦ ਕਰ ਲਓ। ਇਹ ਆਪਰੇਸ਼ਨ ਵੀ 101% ਪਿਆ। 2 ਆਪਰੇਸ਼ਨ ਤੁਹਾਨੂੰ ਦੱਸਦੇ ਜਿਹੜੇ ਪੇਪਰ 'ਚ ਆਉਣੇ ਆ। ਇੱਕ ਤਾਂ ਆਹ ਪਿਆ ਬੱਟ 'ਤੇ ਪੱਕਾ, ਠੀਕ ਹੈ, ਦੂਸਰਾ ਆਸ਼ਾ ਵਰਕਰ ਵਾਲਾ। ਇਸ ਤੋਂ ਬਾਅਦ ਅੱਗੇ ਰਾਈਟ ਟੂ ਫੂਡ ਰਿਕਗਨਾਈਜ਼ ਏ ਪਾਰਟ ਆਫ ਰਾਈਟ ਆਫ ਲਾਈਫ ਐਂਡ ਪਰਸਨਲ ਲਿਬਰਟੀ, ਆਰਟੀਕਲ 21 ਨੈਸ਼ਨਲ ਹਿਊਮਨ ਰਾਈਟ ਕਮਿਸ਼ਨ। ਕਹਿੰਦੇ ਜਿਹੜਾ ਰਾਈਟ ਆਪਣਾ ਫੂਡ ਦਾ ਰਾਈਟ ਆ ਜਿਹੜਾ, ਇਹ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ, ਇਹ ਆਉਂਦਾ ਆਰਟੀਕਲ 21 ਦੇ ਵਿੱਚ, ਜਿਹਦੇ ਵਿੱਚ ਰਾਈਟ ਟੂ ਲਾਈਫ ਅਤੇ ਪਰਸਨਲ ਲਿਬਰਟੀ, ਆਪਣੀ ਪਰਸਨਲ ਆਜ਼ਾਦੀ ਹੁੰਦੀ ਹੈ। ਤਾਂ ਆਪਾਂ ਪੜ੍ਹ ਕੇ ਗਏ ਫੰਡਾਮੈਂਟਲ ਰਾਈਟ 'ਚ ਪੁੱਤਰੋ, ਠੀਕ ਹੈ। ਅਤੇ ਭਾਈ ਜਿਹੜੇ ਬੱਚੇ ਆਂਗਣਵਾੜੀ ਵਾਲੇ ਦੁਆਰੇ ਫੀਲ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਮੇਰੇ ਪੋਲੀਟੀ ਦੇ ਲੈਕਚਰ ਲੱਗੇ ਹੋਏ ਆ, ਜਿੰਨੇ ਵੀ ਮੇਰੇ ਪੰਜਾਬ GK ਦੇ ਲੈਕਚਰ ਲੱਗੇ ਹੋਏ ਆ, ਜਿੰਨੇ ਵੀ ਮੇਰੇ ਮੈਥ ਦੇ ਲੈਕਚਰ ਲੱਗੇ ਹੋਏ ਆ, ਕਿੰਨੇ ਵੀ ਰੀਜਨਿੰਗ ਦੇ ਲੱਗੇ ਹੋਏ ਆ, ਕਿੰਨੇ ਵੀ ਕੰਪਿਊਟਰ ਦੇ ਲੱਗੇ ਹੋਏ ਆ, ਐਗਰੀਕਲਚਰ ਨੂੰ ਛੱਡ ਕੇ ਸਾਰੇ ਲੈਕਚਰ ਲਾ ਲਓ ਭਾਈ ਤੁਸੀਂ, ਸਾਰੇ A to Z, ਠੀਕ ਹੈ। ਅਤੇ ਇੱਕ ਗੱਲ ਹੋਰ, ਇੱਕ ਨਾ ਕਰੰਟ ਅਫੇਅਰ ਕਰਵਾਏ ਹੋਏ ਜਿਵੇਂ ਅਪ੍ਰੈਲ ਮਈ ਜੂਨ ਜੁਲਾਈ ਮਹੀਨੇਵਾਰ, ਉਹ ਕਿਸੇ ਨੇ ਨਹੀਂ ਕਰਨੇ, ਠੀਕ ਹੈ, ਕਿਉਂਕਿ ਟਾਈਮ ਵੱਧ ਬਰਬਾਦ ਹੋਊਗਾ। ਤੁਹਾਨੂੰ ਇੱਕ ਅਲੱਗ ਪਲੇ ਲਿਸਟ ਬਣਾਈ ਹੋਈ ਆ, ਉਹਦੇ ਵਿੱਚ ਅਲੱਗ ਪਿਆ ਸੈੱਟ ਪਿਆ 7-8, ਉਹੀ ਕਰ ਲਿਓ ਇਕੱਲੇ, ਉਹ 'ਚ ਸਾਰੀ ਕਵਰ ਕਰਤੇ ਸੀ ਬਾਅਦ 'ਚ ਮੈਂ, ਠੀਕ ਹੈ। ਇਸ ਤੋਂ ਬਾਅਦ ਆਊਗਾ ਆਪਰੇਸ਼ਨ ਭਾਈ NFSA ਦੀ ਫੁੱਲ ਫਾਰਮ ਕੀ ਹੈ, ਕਿਹਦੀ ਭਾਈ, NFSA ਦੀ ਫੁੱਲ ਫਾਰਮ ਕੀ ਹੈ, ਬਹੁਤ ਇੰਪੋਰਟੈਂਟ ਆਪਰੇਸ਼ਨ ਹੈਗਾ। NFSA ਦੀ ਫੁੱਲ ਫਾਰਮ ਹੈਗੀ ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013, ਓਕੇ ਜੀ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ, ਜਿਹੜੇ ਕਹਿੰਦੇ ਆਂਗਣਵਾੜੀ ਸੈਂਟਰ ਆ ਪ੍ਰੋਵਾਈਡ ਆ ਪੈਕੇਜ ਆਫ 6 ਸਰਵਿਸ ਲਾਈਕ। ਕਹਿੰਦੇ ਜਿਹੜੇ ਆਂਗਣਵਾੜੀ ਆ ਸੈਂਟਰ ਹੈਗੇ, ਇਹ ਆਪਾਂ ਨੂੰ ਕਹਿੰਦੇ ਪੈਕੇਜ ਦੇ ਵਿੱਚ 6 ਸਰਵਿਸਾਂ ਪ੍ਰੋਵਾਈਡ ਕਰਦੇ। ਕਿਹੜੀਆਂ, ਸਪਲੀਮੈਂਟਰੀ ਨਿਊਟ੍ਰੀਸ਼ਨ, ਠੀਕ ਹੈ ਜੀ, ਪ੍ਰੀਸਕੂਲ ਐਂਡ ਨੋਨ ਫਾਰਮਲ ਐਜੂਕੇਸ਼ਨ,
ਇਮਾਈਜੇਸ਼ਨ, ਹੈਲਥ ਚੈੱਕਅਪ, ਨਿਊਟ੍ਰੀਸ਼ਨ, ਹੈਲਥ ਐਜੂਕੇਸ਼ਨ ਐਂਡ ਰੈਫਰਲ ਸਰਵਿਸ। ਦੇਖੋ ਇਹ ਪੁੱਛਿਆ ਜਾ ਸਕਦਾ ਕਿ ਆਂਗਣਵਾੜੀ ਸੈਂਟਰ ਆਪਾਂ ਨੂੰ ਕਿੰਨੀਆਂ ਸਰਵਿਸਾਂ ਪ੍ਰੋਵਾਈਡ ਕਰਦੇ ਆ? 6 ਸਰਵਿਸਾਂ। ਕਿਹੜੀਆਂ ਕਿਹੜੀਆਂ? ਸਪਲੀਮੈਂਟਰੀ ਨਿਊਟ੍ਰੀਸ਼ਨ ਦਿੰਦੇ ਆ, ਦਲੀਆ ਦਿੰਦੇ ਆ ਬੱਚਿਆਂ ਨੂੰ ਖਾਣ ਵਾਸਤੇ, ਹੋਰ ਵੀ ਚੀਜ਼ਾਂ, ਠੀਕ ਹੈ। ਐਜੂਕੇਸ਼ਨ ਦਿੰਦੇ ਹੈਗੇ, ਅਤੇ ਬੱਚਿਆਂ ਦਾ ਜਿਹਦੇ ਕਰਕੇ ਮਤਲਬ ਖਾਣ ਪੀਣ ਕਰਕੇ ਉਹਨਾਂ ਦਾ ਅੰਦਰ ਸਿਹਤ ਵੀ ਸਹੀ ਰਹਿੰਦੀ ਹੈ। ਬੱਚਿਆਂ ਦੀ ਹੈਲਥ ਚੈੱਕਅਪ ਹੁੰਦਾ, ਨਿਊਟ੍ਰੀਸ਼ਨ ਮਿਲਦਾ, ਉਹਨਾਂ ਨੂੰ ਐਜੂਕੇਸ਼ਨ ਮਿਲਦੀ ਨਾਲ ਨਾਲ, ਠੀਕ ਹੈ। ਐਂਡ ਰੈਫਰਲ। ਇਸ ਤੋਂ ਬਾਅਦ ਅੱਗੇ ਦਾ ਬੈਨੀਫਿਸ਼ੀਅਲ ਅੰਡਰ ਦਾ ਆਂਗਣਵਾੜੀ ਸਰਵਿਸ ਸਕੀਮ ਆਰ ਆਈਡੈਂਟੀਫਾਈ ਦਾ ਬੇਸਿਕ ਆਫ ਆਧਾਰ, ਠੀਕ ਹੈ। ਜਿਹੜੀਆਂ ਇਹ ਆਂਗਣਵਾੜੀ ਦੀ ਆਪਾਂ ਕੋਈ ਵੀ ਆਪਾਂ ਇਹਦੀ ਮਤਲਬ ਲੈਣੀ ਹੈ, ਸਕੀਮ ਦਾ ਲਾਭ ਲੈਣਾ ਹੈਗਾ, ਉਹਦੇ ਵਾਸਤੇ ਆਪਣੇ ਕੋਲ ਕੀ ਹੋਣਾ ਚਾਹੀਦਾ? ਆਧਾਰ ਕਾਰਡ ਹੋਣਾ ਲਾਜ਼ਮੀ ਹੈ, ਠੀਕ ਹੈ। ਆਧਾਰ ਕਾਰਡ 'ਤੇ ਇਹਦਾ ਸਾਰਾ ਸਿਸਟਮ ਚੱਲਦਾ ਹੁੰਦਾ ਆਂਗਣਵਾੜੀ ਦਾ, ਠੀਕ ਹੈ ਬੱਚਿਓ। ਇਹਨਾਂ ਆਪਣੇ 20 ਦੇ 20 ਭਾਈ ਇਹ MCQ ਨਿਬੜ ਚੁੱਕੇ ਆ, ਓਕੇ। ਅਤੇ ਸਾਰੇ ਬੱਚਿਆਂ ਨੇ ਪੂਰੇ ਧਿਆਨ ਨਾਲ ਲੈਕਚਰ ਲਾਉਣਾ। ਇਹ ਇੱਕ ਵਾਰੀ ਤੁਹਾਨੂੰ ਦੁਬਾਰਾ ਫਿਰ ਮੈਂ ਪ੍ਰੋਵਾਈਡ ਕਰਵਾ ਦਿੰਦਾ ਕਿਹੜੀ ਕਿਹੜੀ ਚੀਜ਼ ਕਰਨੀ ਹੈ, ਤੁਸੀਂ ਕਿਹੜੀ ਕਿਹੜੀ ਚੀਜ਼ ਨਹੀਂ ਕਰਨੀ, ਇੱਕ ਵਾਰੀ ਧਿਆਨ ਨਾਲ ਫਿਰ ਸੁਣ ਲਓ, ਠੀਕ ਹੈ ਭਾਈ ਬੱਚਿਓ। ਹੁਣ ਦੁਬਾਰਾ ਫਿਰ ਦੇਖ ਲਓ, ਇੱਕ ਵਾਰੀ ਫਿਰ ਸਮਝਾ ਦਿੰਦਾ। ਦੇਖੋ ਬੱਚੋ, ਇਹ ਟੈਨਸ਼ਨ ਨਾ ਲਿਆ ਕਰੋ ਕਿ ਪੇਪਰ ਨੋਟਸ ਇੰਗਲਿਸ਼ ਦੇ ਵਿੱਚ ਨੇ, ਤੁਹਾਨੂੰ ਡਾਟਾ ਮਿਲੀ ਜਾਂਦਾ, ਤੁਸੀਂ ਉਹੀ ਬਹੁਤ ਵੱਡੀ ਗੱਲ ਹੈ ਪੁੱਤਰੋ। ਉਹ ਵੀ ਤੁਹਾਨੂੰ ਮੈਂ ਪੰਜਾਬੀ ਨਾਲ ਨਾਲ ਕਨਵਰਟ ਕਰੀ ਜਾਂਦਾ। ਜੇ ਤੁਸੀਂ ਇਹ ਚੀਜ਼ਾਂ ਦੇ ਵਿੱਚ ਵੀ ਐਕਸਕਿਊਜ਼ ਭਾਲੋਗੇ ਨਾ ਜੀ, ਪੰਜਾਬੀ 'ਚ ਕਰਵਾ ਦਿਓ ਜੀ, ਇੱਥੋਂ ਸਮਝ ਨਹੀਂ ਆਉਂਦੀ ਪੁੱਤਰੋ, ਫਿਰ ਆਪਣਾ ਪਾਸ ਹੋਣਾ ਔਖਾ ਹੋ ਜਾਊਗਾ, ਠੀਕ ਹੈ। ਹੁਣ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ, ਉੱਥੇ ਜਾ ਕੇ DC ਨਾਲ ਵੀ ਗੱਲ ਕਰਨੀ ਹੋਇਆ ਕਰੂਗੀ, ਠੀਕ ਹੈ। ਉੱਥੇ ਜਾ ਕੇ ਕਿਸੇ ਸੀਨੀਅਰ ਅਫਸਰ ਨਾਲ ਵੀ ਗੱਲ ਕਰਨੀ ਪਈ ਹੋਇਆ ਕਰੂਗੀ, ਤਾਂ ਫਿਰ ਜੇ ਉਹਨਾਂ ਨੇ ਮਾੜਾ ਮੋਟਾ ਅੰਗਰੇਜ਼ੀ ਦਾ ਸ਼ਬਦ ਬੋਲਤਾ ਆਪਣਾ, ਤਾਂ ਫਿਰ ਉੱਥੇ ਤਰ੍ਹਾਂ ਨਿਕਲ ਜੂਗਾ, ਠੀਕ ਹੈ। ਤਾਂ ਕਰਕੇ ਥੋੜ੍ਹਾ ਜਿਹਾ ਬੱਚਿਓ ਐਡਜਸਟਮੈਂਟ ਕਰੋ, ਅਤੇ ਕੋਈ ਚੱਕਰ ਵਾਲੀ ਗੱਲ ਨਹੀਂ। ਅੱਧੇ ਸ਼ਬਦ ਦੇਖੋ, ਹੁਣ ਆਹ ਮਾਲ ਨਿਊਟ੍ਰੀਸ਼ਨ ਹੈ, ਇਹ ਪੰਜਾਬੀ 'ਚ ਕਿਵੇਂ ਲਿਖਿਆ ਜਾਊਗਾ? ਮਾਲ ਨਿਊਟ੍ਰੀਸ਼ਨ ਪੰਜਾਬੀ 'ਚ ਕਿਵੇਂ ਲਿਖਣਾ? ਇਹ ਚੀਜ਼ਾਂ ਅੱਧੀਆਂ ਚੀਜ਼ਾਂ ਲਿਖੀਆਂ ਨਹੀਂ ਜਾਂਦੀਆਂ ਪੰਜਾਬੀ 'ਚ, ਉਹ ਇੰਗਲਿਸ਼ ਦੀਆਂ ਤਾਂ ਇੰਗਲਿਸ਼ ਦੇ ਵਿੱਚ ਹੀ ਲਿਖੀਆਂ ਜਾਣਗੀਆਂ, ਠੀਕ ਹੈ ਨਾ। ਤਾਂ ਕਰਕੇ ਇਹ ਚੀਜ਼ ਕਰਨ ਦੀ ਕੋਸ਼ਿਸ਼ ਕਰੋ। ਦੁਬਾਰਾ ਫਿਰ ਦੇਖ ਲਓ, ਮਾਲ ਨਿਊਟ੍ਰੀਸ਼ਨ ਦਾ ਕੀ ਕੰਮ ਹੈ? ਮਾਲ ਨਿਊਟ੍ਰੀਸ਼ਨ ਰੈਫਰ ਕਰਦਾ ਕਿਹੜੀ ਡੈਫੀਨੇਸ਼ਨ ਹੋਗੀ ਭਾਈ? ਕਿਸੇ ਬੱਚੇ ਦੇ ਵਿੱਚ ਨਿਊਟ੍ਰੀਸ਼ਨ ਦੀ, ਪੋਸ਼ਕ ਤੱਤਾਂ ਦੀ ਕੋਈ ਘਾਟ ਹੁੰਦੀ ਹੈ ਜਾਂ ਇੰਬੈਲੈਂਸ ਹੁੰਦਾ, ਉਹ ਚੀਜ਼ ਨੂੰ ਕਿਹੜਾ ਸ਼ਬਦ ਦਰਸਾਉਂਦਾ ਗਾ? ਮਾਲ ਨਿਊਟ੍ਰੀਸ਼ਨ। ਇਸ ਤੋਂ ਬਾਅਦ ਮਾਲ ਨਿਊਟ੍ਰੀਸ਼ਨ ਦੇ ਵਿੱਚ ਕਿੰਨੇ ਗਰੁੱਪ ਹੁੰਦੇ ਆ? 3 ਗਰੁੱਪ ਹੁੰਦੇ ਆ। ਕਿਹੜੇ? ਅੰਡਰ ਨਿਊਟ੍ਰੀਸ਼ਨ, ਸਟੰਟਿੰਗ, ਅੰਡਰਵੇਟ। ਇਹਦੇ ਸਾਰੇ ਤੁਸੀਂ ਯਾਦ ਕਰ ਲੈਣੇ ਆ ਕਿ ਅੰਡਰ ਨਿਊਟ੍ਰੀਸ਼ਨ ਦੇ ਵਿੱਚ ਕੀ ਪ੍ਰੋਬਲਮ ਆਉਂਦੀ ਹੈ, ਸਟੰਟਿੰਗ ਦੇ ਵਿੱਚ ਕੀ ਪ੍ਰੋਬਲਮ ਆਉਂਦੀ ਹੈ, ਅੰਡਰਵੇਟ ਦੇ ਵਿੱਚ ਬੱਚੇ ਨੂੰ ਕੀ ਪ੍ਰੋਬਲਮ ਆਉਂਦੀ ਹੈ। ਇਸ ਤੋਂ ਬਾਅਦ ਜਿਹੜੇ ਕਿ ਮਾਈਕਰੋ ਨਿਊਟਰਨ ਹੁੰਦੇ ਆ, ਉਹ ਵੀ ਆਪਣੇ ਮਾਲ ਨਿਊਟ੍ਰੀਸ਼ਨ ਨਾਲ ਰਿਲੇਟ ਕਰਦੇ ਆ, ਕਿਉਂਕਿ ਜਦੋਂ ਮਾਈਕਰੋ ਨਿਊਟਰਨ ਦੀ ਘਾਟ ਹੋ ਜਾਂਦੀ ਹੈ, ਜਿਵੇਂ ਕਿ ਵਿਟਾਮਿਨ ਐਂਡ ਮਿਨਰਲ, ਉਹਦੇ ਕਰ ਵੀ ਮਾਲ ਨਿਊਟ੍ਰੀਸ਼ਨ ਦਾ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ, ਓਕੇ ਜੀ। ਇਸ ਤੋਂ ਬਾਅਦ ਜਦੋਂ ਬੱਚੇ ਦੇ ਵਿੱਚ ਓਵਰਵੇਟ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ, ਜੋ ਡਾਈਟ ਨਹੀਂ ਸਹੀ ਮਿਲਦੀ, ਤਾਂ ਉਹਦੇ ਵਿੱਚ ਹਾਰਟ ਦੀ ਪ੍ਰੋਬਲਮ ਆ ਜਾਂਦੀ ਹੈ, ਡਾਇਬਟੀਜ਼, ਸ਼ੂਗਰ ਜਾਂ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮ ਆ ਜਾਂਦੀਆਂ, ਠੀਕ ਹੈ ਜੀ। ਇਹ ਗੱਲ ਵੀ ਯਾਦ ਰੱਖਣੀ ਹੈ। ਇਸ ਤੋਂ ਬਾਅਦ ਗਲੋਬਲ ਐਟ ਲੀਸਟ 1 in 10 ਚਿਲਡਰਨ, ਹੈ ਨਾ। ਇੱਕ ਦੇ ਨਾਲ 10 ਚਿਲਡਰਨ ਆਫ 5 year ਅੰਡਰ ਨੋਜ਼ਨ ਓਵਰਵੇਟ ਦੀ ਪ੍ਰੋਬਲਮ ਬਹੁਤ ਬੱਚਿਆਂ ਨੂੰ ਆਉਂਦੀ ਹੈ। ਅਤੇ ਦੇਖੋ, 1-2 ਬੱਚਿਆਂ ਦੀ ਮਤਲਬ ਭੁੱਖ ਦੇ ਨਾਲ ਵੀ ਬਹੁਤ ਬੱਚਿਆਂ ਨੂੰ ਇਹ ਸਾਹਮਣਾ ਕਰਨਾ ਪੈਂਦਾ, 1 ਤੋਂ 2 ਬੱਚਿਆਂ ਨੂੰ ਭੁੱਖ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ। ਇਹ ਗੱਲ ਵੀ ਯਾਦ ਰੱਖਣੀ ਹੈ। ਇਹ ਕੋਈ ਇੰਨਾ ਇੰਪੋਰਟੈਂਟ ਹੈ ਨਹੀਂ, ਭਾਵੇਂ ਛੱਡ ਸਕਦੇ ਹੋ। ਇਸ ਤੋਂ ਬਾਅਦ ਹਿਡਨ ਹੰਗਰ, ਠੀਕ ਹੈ। ਜਿਹੜੀ ਹਿਡਨ ਭੁੱਖ ਮਤਲਬ ਜਿਹੜੀ ਛੁਪੀ ਹੋਈ ਭੁੱਖ ਹੁੰਦੀ ਹੈ, ਠੀਕ ਹੈ। ਜਿਵੇਂ ਆਪਾਂ ਕਈ ਵਾਰੀ ਆਪਾਂ ਹੀ ਲਾ ਲਓ ਕਿ ਆਪਾਂ ਕਿਸੇ ਕੰਮ 'ਚ ਬਾਹਲੀ ਜ਼ਿਆਦਾ ਬਿਜੀ ਹੋ ਜਾਂਦੇ, ਆਪਾਂ ਖਾਣਾ ਨਾ ਖਾਈਏ, ਉੱਪਰੋਂ ਦੇਖਣ ਨੂੰ ਐਂ ਲੱਗਦਾ ਕਿ ਬੰਦਾ ਹੈਲਥੀ ਹੈਗਾ, ਪਰ ਵਿੱਚੋਂ ਜਦੋਂ ਆਪਾਂ ਕੁਛ ਖਾਂਦੇ ਨਹੀਂ, ਆਪਣੇ ਵਿੱਚ ਕਾਹਦੀ ਘਾਟ ਹੋ ਜਾਂਦੀ ਹੈ? ਵਿਟਾਮਿਨ ਅਤੇ ਮਿਨਰਲ ਦੀ। ਇਸ ਤੋਂ ਬਾਅਦ ਕਾਜ਼ ਆਫ ਮਾਲ ਨਿਊਟ੍ਰੀਸ਼ਨ। ਇਹਦੇ ਕਾਰਨ ਕੀ ਹੈ? ਇਹਦੇ ਕਾਰਨ ਤੁਹਾਨੂੰ ਦੱਸ ਕੇ ਹਟਿਆ ਕਿ ਭਾਈ ਜਿਹੜਾ ਆਪਾਂ ਖਾਣਾ ਲੈਂਦੇ ਹਾਂ ਜਾਂ ਨਿਊਟ੍ਰੀਸ਼ਨ ਲੈਂਦੇ ਹਾਂ, ਉਹਦੀ ਇਨਸਿਕਿਉਰਿਟੀ ਕਹਿੰਦਾ ਉਹਦੇ ਵਿੱਚ ਮਿਲਾਵਟ ਹੋਣ ਕਰਕੇ, ਉਹਦੇ ਵਿੱਚ ਜਿਹੜੀ ਚੀਜ਼ ਦੀ ਸ਼ੁੱਧਤਾ ਹੋਣੀ ਚਾਹੀਦੀ, ਸ਼ੁੱਧਤਾ ਨਾ ਹੋਣ ਕਰਕੇ, ਅਤੇ ਉਹਦੀ ਜਿਹੜੀ ਮਤਲਬ ਉਹ ਡਾਈਟ ਦੇ ਵਿੱਚ ਸਹੀ ਜਿਹੜੀਆਂ ਪੋਸ਼ਣ ਉਹ ਨਾ ਹੋਣ ਕਰਕੇ। ਇਸ ਤੋਂ ਬਾਅਦ ਕਹਿੰਦੇ ਕੋਵਿਡ-19 ਕਰਕੇ ਵੀ ਬੱਚਿਆਂ ਦੇ ਉੱਤੇ ਇੰਪੈਕਟ ਪਿਆ ਗਾ, ਮਾਲ ਨਿਊਟ੍ਰੀਸ਼ਨ 'ਤੇ ਬਹੁਤ ਇੰਪੈਕਟ ਪਿਆ, ਕਿਉਂਕਿ ਬੱਚਿਆਂ ਨੂੰ ਮਿਡ ਡੇ ਮੀਲ ਕਰਕੇ ਬੱਚਿਆਂ ਨੂੰ ਘਰੇ ਰਹਿਣਾ ਪੈਂਦਾ ਸੀ, ਓਕੇ ਜੀ। ਇਸ ਤੋਂ ਬਾਅਦ 88ਵਾਂ ਰੈਂਕ ਰਿਹਾ ਆਪਣਾ ਗਲੋਬਲ ਨਿਊਟ੍ਰੀਸ਼ਨ ਰਿਪੋਰਟ ਦੇ ਵਿੱਚੋਂ, ਇਸ ਤੋਂ ਗਲੋਬਲ ਨਿਊਟ੍ਰੀਸ਼ਨ, ਹਾਂ ਠੀਕ ਹੈ। 2025 ਤੱਕ ਇਹਨੇ ਟਾਰਗੇਟ ਰੱਖਿਆ ਗਲੋਬਲ ਨਿਊਟ੍ਰੀਸ਼ਨ ਦਾ ਟਾਰਗੇਟ, ਠੀਕ ਹੈ। ਇਹ ਗੱਲ ਵੀ ਯਾਦ ਰੱਖਣੀ ਹੈ। ਇਸ ਤੋਂ ਬਾਅਦ ਮਾਲ ਨਿਊਟ੍ਰੀਸ਼ਨ ਇਜ ਇੰਡੀਆ ਅਕਾਊਂਟ 68% ਟੋਟਲ ਅੰਡਰ, 68% ਇੰਡੀਆ ਦਾ ਜਿਹੜਾ ਉਹ ਪਾਰਟ ਹੈਗਾ, ਅਕਾਊਂਟ ਹੈ ਇੰਡੀਆ ਦਾ, ਉਹ ਇਹਦੇ ਅੰਡਰ ਆਉਂਦਾ ਗਾ, ਠੀਕ ਹੈ। ਜਿਹਦੇ ਕਰਕੇ 5 ਡੈਥ ਹੋ ਜਾਂਦੀਆਂ, ਇਹ ਗੱਲ ਵੀ ਯਾਦ ਰੱਖਣੀ, ਠੀਕ ਹੈ। 5 ਡੈਥ ਹੁੰਦੀਆਂ ਜਿਹਦੇ ਕਰਕੇ, ਅਤੇ ਇੰਡੀਆ ਦਾ ਮਾਲ ਨਿਊਟ੍ਰੀਸ਼ਨ ਦੇ ਵਿੱਚ 68% ਆਉਂਦਾ ਟੋਟਲ ਦਾ। ਇਸ ਤੋਂ ਬਾਅਦ 117 ਦੇ ਵਿੱਚੋਂ ਕਿੰਨਾ ਰੈਂਕ ਆਪਣਾ 102 ਰੈਂਕ ਆਇਆ ਕਾਹਦੇ 'ਚੋਂ? ਗਲੋਬਲ 100 ਇੰਡੈਕਸ ਦੇ ਵਿੱਚੋਂ। ਵਰਲਡ ਫੂਡ ਡੇ ਦੇ ਵਿੱਚ 16 ਅਕਤੂਬਰ ਨੂੰ ਮਨਾਇਆ ਜਾਂਦਾ ਗਾ, ਇਹ ਗੱਲ ਯਾਦ ਰੱਖਣੀ ਹੈ। ਆਹ ਤਾਂ ਤੁਹਾਨੂੰ ਦੱਸ ਹੀ ਗਿਆ ਤਾਂ ਵੱਟਦੀ ਪਈ ਤੁਹਾਡੇ ਪ੍ਰੀਪਰੇਸ਼ਨ, ਪੋਸ਼ਣ ਅਭਿਆਨ ਅਤੇ NNM ਦੀ ਫੁੱਲ ਫਾਰਮ, ਅਤੇ ਇਹਦਾ ਟਾਰਗੇਟ ਕੀ ਸੀ, ਅਤੇ ਆਹ ਇਹਦੀ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਮਾਤਰੂ ਬੰਦਨਾ ਯੋਜਨਾ ਕਿੰਨੇ ਰੁਪਏ ਦਿੱਤੇ ਜਾਂਦੇ? 6000 ਕਿਹਨੂੰ ਦਿੱਤੇ ਜਾਂਦੇ? ਪ੍ਰੈਗਨੈਂਟ ਲੇਡੀ ਨੂੰ ਆਫਟਰ ਡਿਲੀਵਰੀ, ਠੀਕ ਹੈ। ਆਸ਼ਾ ਵਰਕਰ ਦੀ ਫੁੱਲ ਫਾਰਮ ਯਾਦ ਰੱਖਣੀ ਹੈ, ਠੀਕ ਹੈ।
ਰਾਈਟ ਟੂ ਫੂਡ ਜਾਂ ਰਾਈਟ ਟੂ ਲਾਈਵ, ਇਹ ਆਪਣੇ ਸਾਰੇ ਫੰਡਾਮੈਂਟਲ ਰਾਈਟ ਦੇ ਵਿੱਚ ਆਉਂਦੇ ਆਰਟੀਕਲ 21 ਦੇ ਵਿੱਚ। NFSA ਦੀ ਫੁੱਲ ਫਾਰਮ ਕੀ ਹੈ? ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013। ਇਸ ਤੋਂ ਬਾਅਦ ਆਂਗਣਵਾੜੀ ਆਪ ਨੂੰ ਕਿੰਨੀਆਂ ਸਰਵਿਸਾਂ ਪ੍ਰੋਵਾਈਡ ਕਰਦੀ ਹੈ? ਘੱਟੋ ਘੱਟ 6 ਸਰਵਿਸਾਂ ਪ੍ਰੋਵਾਈਡ ਕਰਦੀ ਹੈ। ਆਹ ਸਾਰੀਆਂ ਤੁਸੀਂ ਸਰਵਿਸਾਂ ਚੰਗੀ ਤਰ੍ਹਾਂ ਬੱਚਿਓ ਰੀਡ ਕਰ ਲੈਣੀ ਹੈ। ਓਕੇ ਜੀ। ਇਸ ਤੋਂ ਬਾਅਦ ਆਂਗਣਵਾੜੀ ਦੀ ਜਿਹੜੀਆਂ ਵੀ ਸਕੀਮਾਂ ਆਪਾਂ ਲੈਣੀਆਂ ਸਾਰੀਆਂ ਸਰਵਿਸਾਂ ਦਾ ਲਾਭ ਆਪ ਨੂੰ ਕਾਹਦੇ ਕਰਕੇ ਮਿਲੂਗਾ? ਆਧਾਰ ਕਾਰਡ ਕਰਕੇ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਇੱਕ ਬੱਚੋਂ ਗੱਲ ਹੋਰ ਦੱਸਣੀ ਸੀ, ਮੈਂ ਤੁਹਾਡੇ ਵਾਸਤੇ ਇੱਕ ਨੰਬਰ ਲੈ ਰਿਹਾ ਹੈਗਾ, ਇੱਕ ਅੱਧਾ ਦਿਨ ਰੁਕ ਜਾਓ ਅਤੇ ਤਾਂ ਕਰਕੇ ਅਤੇ ਥੋੜ੍ਹੀ ਜਿਹੀ ਐਡਜਸਟਮੈਂਟ ਕਰ ਲਿਓ ਬੱਚਿਓ। ਠੀਕ ਹੈ, ਅਤੇ ਬਾਕੀ ਚਲੋ ਆਪਾਂ ਦੇਖਦੇ ਕਰਦੇ ਹਾਂ ਕੋਈ ਹੱਲ, ਅਤੇ ਵੱਧ ਤੋਂ ਵੱਧ ਮੈਂ ਕੋਸ਼ਿਸ਼ ਕਰ ਦਾਂਗਾ ਤੁਹਾਨੂੰ ਕਿ ਕੁਛ ਨਾ ਕੁਛ ਪ੍ਰੋਵਾਈਡ ਕਰਵਾ ਸਕਾਂ ਜਲਦੀ ਤੋਂ ਜਲਦੀ। ਠੀਕ ਹੈ, ਅਤੇ ਹੋਰ ਵੀ ਸਿਲੇਬਸ ਆਪਾਂ ਨਿਬੇੜ ਦੇਈਏ ਛੇਤੀ ਛੇਤੀ। ਅਤੇ ਸਿਲੇਬਸ ਬਾਕੀ ਥੋੜ੍ਹਾ ਕੰਪਲੀਟ ਆ, ਪਹਿਲਾਂ ਵਾਲੇ ਲੈਕਚਰ ਹੀ ਸਾਰੇ ਲਾ ਲਓ ਜਿੰਨੇ ਲੱਗੇ ਹੋਏ ਆ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ। ਅਤੇ ਨੰਬਰ ਤਾਂ ਮੇਰੇ ਕੋਲ ਇੱਕ ਹੈਗਾ ਸੀ ਯਾਰ, ਉਹ ਨੰਬਰ ਮੈਂ ਭੁੱਲ ਗਿਆ, ਤੁਹਾਨੂੰ ਕੱਲ੍ਹ ਨੂੰ ਨੰਬਰ ਦਿੰਦਾ ਮੈਂ। ਠੀਕ ਹੈ, ਅਤੇ ਮਨੋਜ ਸਰ ਨੂੰ ਭਾਈ ਨੰਬਰ ਘੱਟ ਲਾਇਆ ਕਰੋ ਕਿਉਂਕਿ ਨਾ ਸਰ ਥੋੜ੍ਹੇ ਜਿਹੇ ਬਿਜੀ ਹੁੰਦੇ ਆ ਅਤੇ ਕਈ ਵਾਰੀ, ਅਤੇ ਮੈਂ ਤੁਹਾਨੂੰ ਨੰਬਰ ਦੇ ਦਿੰਦਾ ਉਹਦਾ, ਅਤੇ ਤੁਸੀਂ ਲਾ ਲਿਆ ਕਰੋ ਉਹਦੇ 'ਤੇ ਜੇ ਕਿਸੇ ਬੱਚੇ ਨੇ ਗੱਲ ਕਰਨੀ ਉਹ 'ਤੇ ਕਰ ਸਕਦਾ ਮੇਰੇ ਨਾਲ। ਠੀਕ ਹੈ ਜੀ, ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ ਭਾਈ।